ਜਿਹੜਾ ਅੱਜ ਦਾ ਆਰਡਰ ਹੈ ਉਹ ਇਹ ਹੈ, ਬੜੀ ਕਲੀਅਰ ਸਮਝ ਲਓ ਕਿ ਜਿਨ੍ਹਾਂ ਨੇ ਕਿਸਾਨ ਮੋਰਚੇ ਲਈ ਪੈਸੇ ਦਿੱਤੇ, ਜਿਹੜੇ ਇੱਥੇ ਬੈਠੇ ਬਾਰਡਰ ਤੇ, ਉਹਨਾਂ ਨੂੰ ਫੰਡ ਬਾਹਰੋਂ ਜਿਹੜਾ ਆ ਰਿਹਾ ਉਹ ਫੰਡ ਭੇਜਣ ਵਾਲਿਆਂ ਦੀ ਲਿਸਟ ਬਣਾ ਲਈ ਸਰਕਾਰ ਨੇ। ਜਿਹੜਾ ਇਹ ਧਾਲੀਵਾਲ ਸਾਹਿਬ ਵਾਪਸ ਗਏ ਉਹ ਉਸ ਲਿਸਟ 'ਚ ਸਰਦਾਰ ਦੀਦਾਰ ਸਿੰਘ ਬੈਂਸ ਸਭ ਤੋਂ ਵੱਡਾ ਧਨਾਢ ਹੈ, ਤੁਸੀਂ ਵੀ ਜਾਣਦੇ ਹੋ। ਉਹ ਇੱਕ ਵਾਰੀ ਇਸ ਤਰ੍ਹਾਂ ਹੀ ਆ ਗਿਆ ਤੇ ਉਹਨੂੰ ਹਵਾਈ ਅੱਡੇ ਤੇ ਰੋਕ ਲਿਆ। ਉਹਨੇ ਮੈਨੂੰ ਟੈਲੀਫੋਨ ਕੀਤਾ ਰਾਤ ਨੂੰ ਕਿ ਮੈਨੂੰ ਤਾਂ ਹਵਾਈ ਅੱਡੇ ਤੇ ਰੋਕ ਲਿਆ, ਤੂੰ ਕਹਿੰਦਾ ਸੀ ਵੀ ਸਭ ਠੀਕ ਹੋ ਗਿਆ। ਮੈਂ ਜੀ ਰਾਤ ਨੂੰ ਆਈ ਗਿਵ ਕ੍ਰੈਡਿਟ ਟੂ ਹੋਮ ਸੈਕਟਰੀ ਇੰਡੀਆ, ਮੈਂ ਉਹਨੂੰ ਟੈਲੀਫੋਨ ਕੀਤਾ ਐਸ ਚੇਅਰਮੈਨ ਮਿਨਾਟੀ। ਮੈਂ ਕਿਹਾ ਵੀ ਇਹ ਅਸੀਂ ਤੁਸੀਂ ਕਿਹਾ ਸੀ ਕਿ ਲੀਡਰ ਬਾਹਰੋਂ ਆਉਣ ਤੇ ਇੱਕ ਲੀਡਰ ਬਹੁਤ ਵੱਡਾ ਆ ਰਿਹਾ, ਤੁਸੀਂ ਰੋਕ ਲਿਆ। ਗੁੱਡ ਆਫ ਹੋਮ ਮਿਨਿਸਟਰ, ਉਹਨੇ ਰਾਤੋਂ ਰਾਤ ਉਹਨੂੰ ਕਲੀਅਰ ਕਰਕੇ ਅੰਦਰ ਲਿਆਂਦਾ ਦੀਦਾਰ ਸਿੰਘ ਬੈਂਸ। ਇਸ ਤਰ੍ਹਾਂ ਹੀ ਮੈਂ ਤੇ ਗੰਗਾ ਸਿੰਘ ਢਿੱਲੋਂ ਦਾ ਵੀ ਪਾਰਲੀਮੈਂਟ 'ਚ ਵੇਟ ਟਰਾਈ ਕਿ ਮੈਂ ਕਿਹਾ ਉਹ ਮਰਨ ਤੋਂ ਪਹਿਲਾਂ ਮੱਥਾ ਟੇਕਣਾ ਚਾਹੁੰਦਾ ਦਰਬਾਰ ਸਾਹਿਬ। ਉਹ ਕਹਿੰਦਾ ਮੈਂ ਦੇਸ਼ ਧਰੋਹੀ ਨਹੀਂ, ਮੈਂ ਉਹਨੂੰ ਦਿਓ, ਨਹੀਂ ਦਿੱਤਾ। ਇੱਕ ਜਸਵੰਤ ਸਿੰਘ ਠੇਕੇਦਾਰ ਬੜਾ ਵੱਡਾ ਲੀਡਰ ਹੈ, ਉਹਦੇ ਲੜਕੇ ਦਾ ਵਿਆਹ ਬਰਾਤ ਨਾ ਆਉਣ ਦੇਣ, ਨਟਵਰ ਸਿੰਘ ਜੀ ਸਨ, ਉਹ ਫਾਰਮ 'ਚ ਮੈਂ ਲੈਟਰ ਪਾਈ, ਉਹਨੂੰ ਅਲਾਉ ਕਰਾਇਆ। ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸਰਦਾਰ ਤਰਲੋਚਨ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ, ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ। ਸਰਦਾਰ ਸਾਹਿਬ ਜੀ ਆਇਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਮੈਂ ਆਪਣੇ ਵਿਦੇਸ਼ੀ ਭਰਾਵਾਂ ਨੂੰ ਸਿੱਧਾ ਐਡਰੈਸ ਹੋਣਾ ਚਾਹੁੰਦਾ, ਸਮਝੂੰਗਾ ਗੱਲ ਤੁਹਾਡੇ ਤੋਂ। ਜੇਕਰ ਤੁਸੀਂ ਵਿਦੇਸ਼ ਵਸਦੇ ਹੋ ਤਾਂ ਕਿਸੇ ਸਫਾਰਤਖਾਨੇ ਦੇ ਬਾਹਰ ਕਿਸੇ ਅੰਦੋਲਨ ਲਈ, ਕਿਸੇ ਪ੍ਰੋਟੈਸਟ ਲਈ ਹਿੱਸਾ ਬਣੇ ਹੋ, ਤਾਂ ਹੋ ਸਕਦਾ ਹੈ ਕਿ ਤੁਸੀਂ ਭਾਰਤ ਸਰਕਾਰ ਦੀ ਉਸ ਸੂਚੀ 'ਚ ਸ਼ਾਮਲ ਹੋਵੋ ਜਿਨ੍ਹਾਂ ਨੂੰ ਭਾਰਤ ਆਉਣ ਤੇ ਵਾਪਸ ਤੁਹਾਡੇ ਦੇਸ਼ ਮੋੜਤਾ ਜਾਵੇ ਜਾਂ ਉਸੇ ਦੇਸ਼ ਜਿੱਥੋਂ ਤੁਸੀਂ ਆਏ ਹੋ। ਦਰਸ਼ਨ ਸਿੰਘ ਧਾਰੀਵਾਲ, ਜਿਹੜੇ ਕਿ ਸੁਰਜੀਤ ਸਿੰਘ ਰਖੜਾ ਸਾਬਕਾ ਮਿਨਿਸਟਰ ਦੇ ਵੱਡੇ ਭਰਾ ਨੇ ਤੇ ਲੈਂਡਲੌਰਡ ਸਿੱਖ ਨੇ, ਅਮਰੀਕਾ 'ਚ ਵਸਦੇ, ਉਹਨਾਂ ਨੂੰ ਭਾਰਤ ਦੇ ਏਅਰਪੋਰਟ ਤੋਂ, ਦਿੱਲੀ ਤੋਂ ਵਾਪਸ ਮੋੜਤਾ ਗਿਆ ਕਿਉਂਕਿ ਉਹ ਸ਼ਰਤਾਂ ਪੂਰੀਆਂ ਨਹੀਂ ਸੀ ਕਰਦੇ ਜਿਹੜੀਆਂ ਹੁਣ ਭਾਰਤ ਸਰਕਾਰ ਨੇ ਲਾਤੀਆਂ। ਅੰਗਰੇਜ਼ੀ ਟ੍ਰਿਬਿਊਨ ਦੀ ਉਹ ਖਬਰ ਜਿਹਨੇ ਮੈਨੂੰ ਨੌਕ ਕੀਤਾ ਹੈ ਔਰ ਮੈਂ ਬਹੁਤ ਪਰੇਸ਼ਾਨ ਹੋਇਆ ਕਿਉਂਕਿ ਅੱਧਾ ਪੰਜਾਬ ਵਿਦੇਸ਼ੀ ਵਸਦਾ ਹੈ, ਬਹੁਤਿਆਂ ਦੇ ਪੁੱਤ ਧੀਆਂ ਪੜ੍ਹਨ ਲਈ ਚਲੇ ਗਏ ਆ, ਲੋਕਾਂ ਦੇ ਮਰਨੇ ਕਰਨੇ, ਵਿਆਹ ਰਸਮਾਂ ਅਧੂਰੀਆਂ ਜਿੰਨਾ ਚਿਰ ਸਾਡੇ NRI ਨਹੀਂ ਆਉਂਦੇ। ਤੁਸੀਂ ਉੱਥੇ ਫਸ ਕੇ ਰਹਿ ਜਾਓ। ਐਸੀ ਸਥਿਤੀ ਕਈ ਸਾਲ ਬਣੀ ਰਹੀ, ਕਾਲੀਆਂ ਸੂਚੀਆਂ ਦਾ ਜ਼ਿਕਰ ਹੁੰਦਾ ਰਿਹਾ। ਸਰਦਾਰ ਤਰਲੋਚਨ ਸਿੰਘ ਨੇ ਆਪਣੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹੁੰਦਿਆਂ ਬਹੁਤ ਸਾਰੀਆਂ ਐਸੀਆਂ ਸੂਚੀਆਂ ਤੇ ਕੰਮ ਕੀਤਾ, ਬਹੁਤ ਸਾਰੇ ਲੋਕ ਏਅਰਪੋਰਟਾਂ ਦੇ ਫਸੇ ਕਢਾ ਕੇ ਲਿਆਂਦੇ। ਲੇਕਿਨ ਇੱਕ ਵਾਰੀ ਫਿਰ ਅਸੀਂ ਜਾਣੇ ਅਣਜਾਣੇ 'ਚ ਇਸ ਦੇਸ਼ 'ਚ ਪੈਰ ਧਰਨੋਂ ਵਾਂਝੇ ਹੋ ਸਕਦੇ ਆ। ਉਹ ਖਬਰ ਕੀ ਆ? ਉਹ ਜਿਹੜੀ ਝੰਜੋੜਨ ਵਾਲੀ ਆ, ਜਿਹਨੇ ਮਨ ਤੇ ਅਸਰ ਪਾਇਆ, ਜਿਹਨੇ NRIs ਔਰ ਪੰਜਾਬੀਆਂ ਦੇ ਰਿਸ਼ਤੇ ਦੇ ਦਰਮਿਆਨ 'ਚ ਖਲੋਣਾ ਹੈ, ਉਹਨੂੰ ਸਮਝਣ ਦਾ ਵੀ ਯਤਨ ਕਰਾਂਗੇ। ਅਹਤਿਆਤਨ ਅਸੀਂ ਕਿੱਥੇ ਕਿੱਥੇ ਪ੍ਰੀਕਾਸ਼ਨਸ ਲੈਣੀਆਂ ਨੇ, ਕਿੱਥੇ ਕਿੱਥੇ ਅਸੀਂ ਸੁਚੇਤ ਰਹਿਣਾ ਹੈ ਔਰ ਕਿੱਥੇ ਕਿੱਥੇ ਸਰਕਾਰਾਂ ਦੇ ਕੀ ਫੈਸਲੇ, ਉਹਨਾਂ ਤੇ ਜ਼ਿਕਰ ਕਰਨ ਲੱਗਿਆ। ਸਰਦਾਰ ਸਾਹਿਬ, ਮੈਨੂੰ ਅੰਗਰੇਜ਼ੀ ਟ੍ਰਿਬਿਊਨ ਦੀ ਪਹਿਲੇ ਸਫ਼ੇ ਦੀ ਉਹ ਖਬਰ ਦਾ, ਜਿਹਨੂੰ ਮੈਂ ਸਮਝ ਨਹੀਂ ਸਕਿਆ ਚੰਗੀ ਤਰ੍ਹਾਂ, ਔਰ ਤੁਸੀਂ ਇਹਨਾਂ ਚੀਜ਼ਾਂ ਨੂੰ ਨੇੜਿਓਂ ਸਮਝਦੇ ਹੋ, ਪਹਿਲਾਂ ਤਾਂ ਉਹ ਖਬਰ ਸਮਝਾਇਓ ਕਿ ਉਹ ਪੰਜਾਬੀਆਂ ਲਈ, ਪੰਜਾਬ ਤੋਂ ਬਾਹਰ ਗਏ NRIs ਲਈ ਕਿਵੇਂ ਅਹਿਮ ਆ ਔਰ ਸਾਨੂੰ ਇੱਥੇ ਕਿਵੇਂ ਵਰਕ ਕਰਨ ਦੀ ਲੋੜ ਆ। ਰੰਧਾਵਾ ਜੀ, ਮੈਂ ਜਦੋਂ ਇਸ ਕੰਮ ਤੁਹਾਡੇ ਨਾਲ ਸ਼ੁਰੂ ਕਰਦਾ ਤਾਂ ਮੈਂ ਤੁਹਾਡੀ ਤਾਰੀਫ ਕਰਦਾ, ਤੁਸੀਂ ਕਦੇ ਨਾ ਕਰਿਆ ਕਰੋ। ਦੇਖੋ, ਇਹ 2 ਦਿਨ ਹੋ ਗਏ ਦਰਸ਼ਨ ਸਿੰਘ ਧਾਲੀਵਾਲ ਨੂੰ ਵਾਪਸ ਜਾ ਕੇ ਇੱਥੋਂ ਹਵਾਈ ਅੱਡੇ ਮੋੜ ਦਿੱਤਾ ਗਿਆ। ਸਵਾਏ ਅਖਬਾਰਾਂ 'ਚ ਖਬਰ ਛਪ ਗਈ, ਸਭ ਦੇ ਬਿਆਨ ਆ ਗਏ, ਉਹ ਜੀ ਗਲਤ ਹੋਇਆ, ਗਲਤ ਹੋਇਆ। ਕਿਸੇ ਨੇ ਇਸ ਨੂੰ ਪ੍ਰੋਪਰਲੀ ਸਟੱਡੀ ਨਹੀਂ ਕੀਤਾ ਇਹ ਕਿਉਂ ਹੈ। ਇਹ ਪਹਿਲੀ ਵਾਰ ਹੈ ਆਫਟਰ ਸੋ ਮੈਨੀ ਈਅਰ ਕਿ ਸੱਚ ਐਨ ਇੰਪੋਰਟੈਂਟ ਮੈਨ, ਇਹ ਵੈਲਦੀ ਮੈਨ, ਇਹ ਫਿਲੈਂਥਰਾਪਿਸਟ, ਬੜਾ ਦਾਨ ਕਰਦਾ ਹੈ, ਭਰਾ ਉਹਦਾ ਵਜ਼ੀਰ ਰਿਹਾ, ਕਿ ਉਹਨੂੰ ਹਵਾਈ ਅੱਡੇ ਦਿੱਲੀ ਤੋਂ ਮੋੜਿਆ ਗਿਆ। ਲੇਕਿਨ ਅੱਜ ਸਵੇਰੇ ਟ੍ਰਿਬਿਊਨ ਅਖਬਾਰ ਦੇ ਫਰੰਟ ਪੇਜ ਜਦੋਂ ਇਹ ਭਾਰਤ ਸਰਕਾਰ ਦੇ ਸੋਰਸਿਸ ਨਾਲ ਇਹ ਨਿਊਜ਼ ਲੱਗੀ ਕਿ ਭਾਰਤ ਸਰਕਾਰ ਨੇ ਇਹ ਫੈਸਲਾ ਕਰ ਲਿਆ, ਇਹ ਅਖਬਾਰ ਕਹਿੰਦਾ ਹੈ ਕਿ ਜਿਹੜੇ ਲੋਕ ਬਾਹਰ ਰਹਿੰਦੇ ਆ, ਦੇਖੋ ਤੁਹਾਨੂੰ ਵੀ ਪਤਾ, ਤੁਸੀਂ ਵਿਦੇਸ਼ਾਂ ਜਾਂਦੇ ਹੋ, ਤੁਹਾਡੇ ਬੱਚੇ ਵੀ ਬਾਹਰ ਹਨ, ਮੇਰੇ ਬੱਚੇ ਵੀ ਬਾਹਰ ਹਨ, ਕਿ ਭਾਰਤ ਸਰਕਾਰ ਨੇ ਇੱਕ ਬਹੁਤ ਵੱਡੀ ਕੰਮ ਕੀਤਾ ਹੈ ਕਿ ਜਿਹੜੇ ਇੰਡੀਅਨ ਓਰੀਜਨ ਦੇ ਲੋਕ ਬਾਹਰ ਰਹਿੰਦੇ ਹਨ ਉਹਨਾਂ ਨੂੰ ਡਬਲ ਪਾਸਪੋਰਟ ਦੀ ਇਜਾਜ਼ਤ ਦੇ ਦਿੱਤੀ। ਉਹਨਾਂ ਕੋਲ ਇੰਡੀਅਨ ਪਾਸਪੋਰਟ ਤੇ ਉਸ ਦੇਸ਼ ਦਾ ਪਾਸਪੋਰਟ, ਉਸ ਨੂੰ ਫਿਰ ਹੋਰ ਸਿੰਪਲੀਫਾਈ ਕਰਨ ਲਈ OCI ਕਾਰਡ ਦੇ ਦਿੱਤੇ ਔਰ ਇੱਕ ਲੌਂਗ ਟਰਮ ਵੀਜ਼ਾ ਦੇ ਦਿੱਤੇ। ਉਹਦੇ ਨਾਲ ਕੀ ਹੈ ਕਿ ਜਿਹਦੇ ਕੋਲ OCI ਕਾਰਡ ਹੈ ਉਹਨੂੰ ਵੀਜ਼ਾ ਲੈਣ ਦੀ ਲੋੜ ਨਹੀਂ, ਉਹ ਸਿੱਧਾ ਦਿੱਲੀ ਆਵੇ, ਕਿਤੇ ਜਾਵੇ, ਅੰਦਰ ਆ ਸਕਦਾ।
ਸੋ ਇਹ ਫੈਸਿਲਿਟੀ ਸਾਡੇ ਨੂੰ ਦਿੱਤੀ ਹੈ ਭਾਰਤ ਸਰਕਾਰ ਨੇ। ਸੋ ਐਵਰੀ ਇੰਡੀਅਨ ਸੈਟਲ ਅਬਰਾਡ ਸ਼ੁੱਡ ਬੀ ਗ੍ਰੇਟਫੁਲ ਟੂ ਗਵਰਨਮੈਂਟ ਆਫ ਇੰਡੀਆ ਕਿ ਉਹਨਾਂ ਨੂੰ ਇਤਨੀ ਵੱਡੀ, ਔਰ ਖਾਸ ਕਰਕੇ ਪੰਜਾਬੀ ਤਾਂ 30 ਲੱਖ ਬਾਹਰ ਵਸਦਾ ਹੈ, ਸਾਨੂੰ ਤਾਂ ਬਹੁਤ ਵੱਡੀ ਫੈਸਿਲਿਟੀ ਮਿਲੀ। ਲੇਕਿਨ ਅੱਜ ਦੀ ਇਹ ਖਬਰ ਜੋ ਹੈ ਇਹ ਇਸ ਕਰਕੇ ਤੁਸੀਂ ਫਸਟ ਪਰਸਨ ਹੋ ਜਿਨ੍ਹਾਂ ਨੇ ਮੈਨੂੰ ਟੈਲੀਫੋਨ ਕੀਤਾ ਹੈ, ਵਰਨਾ ਸਾਡੀ ਲੀਡਰਸ਼ਿਪ, ਨਾ ਸਰਕਾਰੀ ਪੰਜਾਬ ਗਵਰਨਮੈਂਟ, ਨਾ ਅਕਾਲੀ ਦਲ, ਨਾ ਕੋਈ ਹੋਰ ਪੋਲੀਟੀਕਲ ਪਾਰਟੀ, ਕਿਸੇ ਨੇ ਇਸ ਦਾ ਨੋਟਿਸ ਹੀ ਨਹੀਂ ਲਿਆ ਵੀ ਇਹ ਖਬਰ ਹੈ ਕੀ। ਭਰਾਵੋ, ਇਹ ਖਬਰ ਇਹ ਹੈ ਕਿ ਜਿਹੜੀਆਂ ਪਾਬੰਦੀਆਂ ਪਹਿਲਾਂ 84 ਚ ਲੱਗੀਆਂ ਸਨ ਦੇਸ਼ ਧਰੋਹੀ ਹੋਣ ਦੀਆਂ, ਉਸ ਮੁਤਾਬਕ ਇੱਕ ਬਲੈਕ ਲਿਸਟ ਬਣੀ। ਪਹਿਲਾ ਬਲੈਕ ਲਿਸਟ ਬੰਦਾ ਗੰਗਾ ਸਿੰਘ ਢਿੱਲੋਂ ਹੋਇਆ। ਗੰਗਾ ਸਿੰਘ ਢਿੱਲੋਂ ਪਹਿਲਾ ਇੰਡੀਅਨ ਅਬਰਾਡ ਵਾਸ਼ਿੰਗਟਨ ਰਹਿੰਦਾ ਸੀ, ਬਹੁਤ ਬੜਾ ਸਰਦਾਰ, ਮੇਰਾ ਵੀ ਦੋਸਤ ਸੀ, ਉਹਨੂੰ ਬਲੈਕ ਲਿਸਟ ਕੀਤਾ ਗਿਆ ਫਸਟ। ਉਸ ਤੋਂ ਬਾਅਦ ਜਦੋਂ ਗੰਗਾ ਸਿੰਘ ਢਿੱਲੋਂ ਦਾ ਕੇਸ ਚੱਲਿਆ ਤਾਂ ਭਾਰਤ ਸਰਕਾਰ ਨੇ, ਗਿਆਨੀ ਜੀ ਹੋਮ ਮਿਨਿਸਟਰ ਸੀਗੇ, ਤਾਂ ਇਹ ਇੱਕ ਜਿਹੜੀ ਗੁਰੂ ਨਾਨਕ ਫਾਊਂਡੇਸ਼ਨ ਬਣਾਈ ਸੀ ਗੰਗਾ ਸਿੰਘ ਢਿੱਲੋਂ ਨੇ, ਨਨਕਾਣਾ ਸਾਹਿਬ ਦਾ ਗੁਰਦੁਆਰੇ ਦੀ ਜੋ ਸੇਵਾ ਹੋਈ, ਜੋ ਉਹ ਸਾਰੀ ਢਿੱਲੋਂ ਗੰਗਾ ਸਿੰਘ ਕਰ ਗਿਆ, ਉਹਨੂੰ ਕ੍ਰੈਡਿਟ ਨਾ ਕਿਸੇ ਸਿੱਖਾਂ ਨੇ ਦਿੱਤਾ ਨਾ ਸ਼੍ਰੋਮਣੀ ਕਮੇਟੀ ਨੇ। ਉਹਦੀ ਹਿੰਮਤ ਨਾਲ ਉਹ ਗੁਰਦੁਆਰੇ ਬਚੇ। ਤਾਂ ਉਹ ਜਿਹੜੀ ਫਾਊਂਡੇਸ਼ਨ ਉਹਨੇ ਬਣਾਈ, ਉਹ ਸਾਰੀ ਫਾਊਂਡੇਸ਼ਨ ਨੂੰ ਵੀ ਬਲੈਕ ਲਿਸਟ ਪਾਤਾ। ਇਹ ਬਹੁਤ ਵੱਡੀ ਘਟਨਾ ਹੋਈ। ਲੇਕਿਨ ਜਦੋਂ ਇਹ ਪਾਤਾ ਗਿਆ, ਮੈਨੂੰ ਯਾਦ ਹੈ ਕਿ ਗਿਆਨੀ ਜੀ ਇੱਕ ਟੂਰ ਤੇ ਇੱਕ ਵਾਰੀ ਵਾਪਸ ਆਉਂਦੇ ਟੋਕੀਓ ਗਏ, ਤਾਂ ਟੋਕੀਓ ਇੱਕ ਮਿਸਟਰ ਆਨੰਦ ਸਨ ਜਿਹੜਾ ਉਸ ਟਰਸਟ ਦਾ ਡਾਇਰੈਕਟਰ ਸੀ। ਉਹਨੇ ਕਿਹਾ ਜੀ ਮੈਂ ਇੱਥੇ ਰਹਿੰਦਾ, ਮੈਂ ਉਸ ਸੇਵਾ ਕਰਨੀ ਨਨਕਾਣਾ ਸਾਹਿਬ ਗਿਆ, ਮੈਨੂੰ ਬਲੈਕ ਲਿਸਟ ਕਰਤਾ। ਗਿਆਨੀ ਜੀ ਵਾਪਸ ਆ ਕੇ ਐਜ਼ ਰਾਸ਼ਟਰਪਤੀ ਉਹਦਾ ਨਾਂ ਕਢਾਤਾ। ਤੋ ਇਹ ਉਸ ਵਕਤ ਹੋਈ। ਇੱਕ ਗੱਲ ਮੈਨੂੰ ਹੁਣ ਤੱਕ ਯਾਦ ਹੈ ਕਿ ਆਨੰਦ ਸਾਹਿਬ ਜਾਪਾਨ ਵਾਲੇ ਜਿਹੜੇ ਓਸਾਕਾ ਰਹਿੰਦੇ ਨੇ ਉਹਨਾਂ ਨੂੰ ਕਢਾਇਆ ਗਿਆ। ਲੇਕਿਨ ਤੁਹਾਨੂੰ ਯਾਦ ਹੋਣਾ ਆਪ ਕਿ ਫਿਰ ਜਦੋਂ 84 ਦਾ ਬਲੂ ਸਟਾਰ ਹੋਇਆ ਤਾਂ ਬਹੁਤ ਵੱਡੀ ਇੱਕ ਤੇ ਮਾਈਗ੍ਰੇਸ਼ਨ ਸਿੱਖਾਂ ਦੀ ਹੋਈ, ਕਈ ਲੋਕ ਬਾਹਰ ਚਲੇ ਗਏ। ਲੇਕਿਨ ਉਦੋਂ ਭਾਰਤ ਸਰਕਾਰ ਨੇ ਬਲੈਕ ਲਿਸਟ ਦੀ ਇੱਕ ਬੁਨਿਆਦ ਰੱਖਤੀ ਕਿ ਜਿਹੜੇ ਲੋਕ ਵਿਦੇਸ਼ਾਂ ਵਿੱਚ ਖਾਲਿਸਤਾਨ ਜਾਂ ਐਂਟੀ ਇੰਡੀਆ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਉਸ ਲਿਸਟ 'ਚ ਪਾ ਦਿੱਤਾ। ਸੋ ਉਹ ਜਿਹੜਾ ਸੰਘਰਸ਼ ਸ਼ੁਰੂ ਹੋਇਆ 84 ਵਿੱਚ, ਉਹ ਬਹੁਤ ਲੰਬਾ ਚੱਲਿਆ। ਉਹ ਤੁਹਾਨੂੰ ਸਾਰਿਆਂ ਨੂੰ ਯਾਦ ਹੈ। ਉਹ ਬਲੈਕ ਲਿਸਟ 84 ਦੀ ਕਿੰਨੀਆਂ ਸਰਕਾਰਾਂ ਆਈਆਂ, ਸਾਰੇ ਦੋ ਵਾਰੀ ਡਾਕਟਰ ਮਨਮੋਹਨ ਸਿੰਘ 10 ਸਾਲ ਰਹੇ, ਬਲੈਕ ਲਿਸਟ ਖਤਮ ਨਹੀਂ ਸੀ ਹੋਈ। ਮੈਂ ਕ੍ਰੈਡਿਟ ਦੇਣਾ ਮੋਦੀ ਜੀ ਨੂੰ, ਜਿਹੜੇ ਪ੍ਰਾਈਮ ਮਿਨਿਸਟਰ, ਕਿ ਬਲੈਕ ਲਿਸਟ ਖਤਮ ਕਰਨ ਦਾ ਸਿਹਰਾ ਮੋਦੀ ਜੀ ਨੂੰ ਜਾਂਦਾ। ਕਿ ਟੋਟਲ ਇੱਕ ਵਾਰੀ ਇੰਗਲੈਂਡ ਗਏ, ਉੱਥੇ ਮੀਟਿੰਗ ਲਈ, ਕੈਨੇਡਾ ਗਏ, ਸਾਰਿਆਂ ਨੇ ਕਿਹਾ ਜੀ ਮੋਦੀ ਜੀ ਹੋਰ ਸਾਨੂੰ ਕੋਈ ਦਿਓ ਨਾ ਦਿਓ, ਇਹ ਸਾਨੂੰ ਇੰਡੀਆ ਜਾਣ ਦਿਓ, ਅਸੀਂ ਬੜੇ ਤੰਗ ਹਾਂ, ਸਾਡੀ ਫੈਮਿਲੀ ਸ਼ਾਦੀਆਂ ਵਿਆਹ ਨਹੀਂ ਜਾ ਸਕਦੇ। ਤਾਂ ਮੋਦੀ ਜੀ ਨੇ, ਮੈਂ ਇਸ ਗੱਲ ਦਾ ਮੈਂ ਆਪ ਸਾਰੀ ਸਟੱਡੀ ਕੀਤੀ ਹੈ ਕਿ ਬਲੈਕ ਲਿਸਟ ਖਤਮ ਹੋ ਗਈ। ਹੁਣ ਪਰ ਜਿਹੜਾ ਹੁਣ ਫੈਸਲਾ ਹੈ, ਜਿਹੜੀ ਇਹ ਖਬਰ ਹੈ, ਇਹ ਵੀ ਤਾਂ ਇਸੇ ਸਰਕਾਰ ਦੇ ਵੇਲੇ ਹੈ। ਜੇ ਖਤਮ ਕੀਤੀ ਹੈ ਤਾਂ ਹੁਣ ਇੱਕ ਵਾਰੀ ਫੇਰ ਉਸ ਮਹੀਨ, ਉਸ ਬਰੀਕ ਵਰਤਾਰੇ ਚੋਂ ਲੰਘਣਾ ਪੈਣਾ। ਇਹਦੇ ਵਿੱਚ ਜਿਹੜੀਆਂ ਪਾਬੰਦੀਆਂ ਮੈਂ ਦੇਖ ਰਿਹਾ ਜਿਹੜੀਆਂ ਲੱਗ ਸਕਦੀਆਂ, ਕਿਸੇ ਨੂੰ ਰੋਕਿਆ ਜਾ ਸਕਦਾ, ਤੁਸੀਂ ਖੁੱਲ ਕੇ ਸਮਝਾਓਗੇ ਮੈਨੂੰ? ਜੀ ਰੰਧਾਵਾ ਜੀ, ਜੋ ਤੁਸੀਂ ਕਹਿ ਰਹੇ ਹੋ ਮੈਂ ਉਹੀ ਐਕਸਪਲੇਨ ਕਰ ਰਿਹਾ ਕਿ ਜੋ ਬਲੈਕ ਲਿਸਟ ਇੱਕ ਨਾਂ ਸੀ, ਕੋਈ ਇਹ ਨਹੀਂ ਕੋਈ ਉਹ ਕੋਈ ਗਵਰਨਮੈਂਟ ਨੇ ਲਿਖਿਆ ਸੀ ਬਲੈਕ, ਉਹ ਅਸੀਂ ਆਪ ਬਣਾ ਲਈ। ਗਵਰਨਮੈਂਟ ਇੱਕ ਲਿਸਟ ਬਣਾਉਂਦੀ ਹੈ ਕਿ ਉਹ ਕਿਹੜੇ ਇੰਡੀਅਨ ਹਨ ਜਿਨ੍ਹਾਂ ਦਾ ਇੰਡੀਆ ਆਉਣ ਨਾਲ ਇੰਡੀਆ ਨੂੰ ਨੁਕਸਾਨ ਹੁੰਦਾ, ਜਿਹੜੇ ਕਿ ਇੰਡੀਆ ਦੇ ਖਿਲਾਫ ਬਾਹਰ ਪ੍ਰਚਾਰ ਕਰਦੇ ਨੇ। ਜੇ ਉਹ ਆਉਣਗੇ ਤੇ ਉਹਨਾਂ ਨੇ ਇੱਥੇ ਆਵੇ ਲੋਕਾਂ ਨੂੰ, ਆਪਣੇ ਦੋਸਤਾਂ ਨੂੰ ਖਰਾਬ ਕਰਨਾ। ਇਹ ਹੈ ਸਰਕਾਰ ਕਿ ਜੇ ਤਰਲੋਚਨ ਸਿੰਘ ਐਂਟੀ ਇੰਡੀਆ ਹੈ ਤੇ ਜੇ ਬਾਹਰ ਜਾਏਗਾ ਤੇ ਬਾਹਰ ਹੋਰ ਪ੍ਰਚਾਰ ਕਰੇਗਾ। ਐਸੇ ਇੰਡੀਅਨ ਨੂੰ ਭਾਰਤ ਸਰਕਾਰ ਬਾਹਰ ਵੀ ਨਹੀਂ ਜਾਣ ਦਿੰਦੀ। ਤੁਹਾਨੂੰ ਯਾਦ ਹੈ ਕਈਆਂ ਦੇ ਪਾਸਪੋਰਟ ਗਵਰਨਮੈਂਟ ਨਹੀਂ ਦਿੰਦੀ ਕਿ ਤੁਸੀਂ ਜਾ ਕੇ ਬਾਹਰ ਪ੍ਰਚਾਰ ਕਰੋਗੇ, ਔਰ ਕਈਆਂ ਸਾਡੇ ਲੋਕਾਂ ਨੂੰ ਬਾਹਰ ਜਾਣ ਨਹੀਂ ਦਿੰਦੇ। ਇਹ ਵੀ ਤੁਹਾਨੂੰ ਦੇਖਿਆ ਕਈਆਂ ਵਾਰੀ ਭਾਰਤ ਸਰਕਾਰ ਪਾਕਿਸਤਾਨ ਜਾਣ ਤੋਂ ਸਾਡੇ ਕਈ ਲੀਡਰ ਰੋਕੇ ਹੋਣ ਇਹਨਾਂ ਦੇ ਨਾਲ। ਇਹ ਜਿਹੜਾ ਅੱਜ ਦਾ ਆਰਡਰ ਹੈ ਉਹ ਇਹ ਹੈ, ਬੜੀ ਕਲੀਅਰ ਸਮਝ ਲਓ ਕਿ ਜਿਨ੍ਹਾਂ ਨੇ ਕਿਸਾਨ ਮੋਰਚੇ ਲਈ ਪੈਸੇ ਦਿੱਤੇ, ਜਿਹੜੇ ਇੱਥੇ ਬੈਠੇ ਬਾਰਡਰ ਤੇ, ਉਹਨਾਂ ਨੂੰ ਫੰਡ ਬਾਹਰੋਂ ਜਿਹੜਾ ਆ ਰਿਹਾ, ਉਹ ਫੰਡ ਭੇਜਣ ਵਾਲਿਆਂ ਦੀ ਲਿਸਟ ਬਣਾ ਲਈ ਸਰਕਾਰ ਨੇ। ਜਿਹੜਾ ਇਹ ਧਾਲੀਵਾਲ ਸਾਹਿਬ ਵਾਪਸ ਗਏ, ਉਹ ਉਸ ਲਿਸਟ 'ਚ ਕਿ ਇਹਨਾਂ ਨੇ ਇੱਥੇ ਪੈਸੇ ਭੇਜੇ। ਉਹ ਸਮਝਦੇ ਨੇ ਕਿ ਜਿਹੜੇ ਇਹ ਲੋਕ ਬਾਹਰੋਂ ਪੈਸੇ ਭੇਜ ਰਹੇ ਨੇ, ਇਹ ਇੱਕ ਐਂਟੀ ਇੰਡੀਆ ਕਰ ਰਹੇ ਨੇ, ਕਿਉਂਕਿ ਇਹ ਸਰਕਾਰ ਐਜੀਟੇਸ਼ਨ ਦੇ ਖਿਲਾਫ ਜੋ ਚੱਲ ਰਹੀ ਹੈ, ਸਰਕਾਰ ਦੇ ਖਿਲਾਫ ਸਰਕਾਰ ਬਾਤਚੀਤ ਕਰ ਰਹੀ ਹੈ, ਨਜਿੱਠ ਰਹੇ ਆ, ਇਹ ਬਾਹਰਲੇ ਲੋਕ ਇਹਦੇ 'ਚ ਕਿਉਂ ਇੰਟਰਫੀਅਰ ਕਰਦੇ। ਸੋ ਉਹ ਲਿਸਟ ਹੋਈ। ਸੈਕਿੰਡ, ਇਸ ਖਬਰ ਜਿਹੜੀ ਜ਼ਿਆਦਾ ਖਤਰਨਾਕ ਹੈ ਉਹ ਤੁਸੀਂ ਸਮਝ ਲਓ। ਇਹਦੇ 'ਚ ਇਹ ਲਿਖਿਆ ਕਿ ਜਿਹੜੇ ਬਾਹਰ ਲੋਕ ਵਿਦੇਸ਼ਾਂ 'ਚ ਭਾਰਤ ਅੰਬੈਸੀਆਂ ਦੇ ਜਾ ਕੇ ਬਾਹਰ ਮੁਜ਼ਾਹਰੇ ਕਰਦੇ ਹਨ, ਇਹ ਤੁਸੀਂ ਆਪ ਦੇਖਦੇ ਹੋ 26 ਜਨਵਰੀ 15 ਅਗਸਤ ਨੂੰ ਸਿੱਖ ਆਮ ਉੱਥੇ ਝੰਡੇ ਲੈ ਕੇ ਬੱਸਾਂ ਭਰ ਕੇ ਹਰ ਅੰਬੈਸੀ ਦੇ ਬਾਹਰ ਡਿਮਾਂਸਟ੍ਰੇਸ਼ਨ ਕਰਦੇ।
ਫਿਰ ਇੱਕ ਸਿੱਖ ਗਰੁੱਪ ਐਸਾ ਜਿਹੜਾ ਯੂਐਨ ਦੇ ਬਾਹਰ ਵੀ ਮੁਜ਼ਾਹਰਾ ਕਰਦਾ ਹੈ। ਜੀ। ਇਹ ਭਾਰਤ ਸਰਕਾਰ ਕਹਿੰਦੀ ਹੈ ਕਿ ਜਿਹੜੇ ਇਹ ਡਿਮਾਂਸਟ੍ਰੇਸ਼ਨ ਹਨ ਇਹ ਐਂਟੀ ਇੰਡੀਆ, ਇਹ ਇੰਡੀਆ ਦੇ ਦੇਸ਼ ਧਰੋਹੀ, ਕਿ ਜਿਹੜੇ ਇੰਡੀਆ ਦੇ ਖਿਲਾਫ ਬਾਹਰਲੇ ਦੇਸ਼ਾਂ ਉਹ ਕਹਿੰਦਾ ਸੀ ਵੀ ਆਰ ਆਇਡੈਂਟੀਫਾਈਂਗ, ਇਹ ਹੈ ਖਬਰ ਕਿ ਅਸੀਂ ਉਹਨਾਂ ਲੋਕਾਂ ਨੂੰ ਹੁਣ ਆਇਡੈਂਟੀਫਾਈ ਕਰ ਰਹੇ ਹਾਂ ਕਿ ਜਿਹੜੇ ਇਸ ਤਰ੍ਹਾਂ ਦਾ ਪ੍ਰਚਾਰ ਸਾਡੇ ਖਿਲਾਫ ਹੋ ਰਿਹਾ, ਭਾਰਤ ਸਰਕਾਰ ਉਹ ਰੋਕਣਾ ਚਾਹੁੰਦੀ ਹੈ। ਦੇਖੋ ਤੁਹਾਨੂੰ ਕੁਝ ਦਿਨਾਂ ਤੋਂ ਇੰਡੀਆ, ਕਈ ਲੋਕਾਂ ਨੇ ਜਿਨ੍ਹਾਂ ਨੂੰ ਪਾਕਿਸਤਾਨ ਮੈਚ ਜਦੋਂ ਇੰਡੀਆ ਹਾਰਿਆ ਕਿਵੇਂ ਜ਼ਿੰਦਾਬਾਦ ਪਾਕਿਸਤਾਨ ਲਾਏ, ਉਹ ਅੱਜ ਤਿੰਨਾਂ ਦੇ ਖਿਲਾਫ ਕੇਸ ਹੋ ਗਏ। ਤੁਸੀਂ ਆਪ ਅੱਜ ਪੜ੍ਹੇ ਕਿ ਉਹ ਐਂਟੀ ਇੰਡੀਆ, ਬੜੀ ਬਹਿਸ ਚੱਲ ਰਹੀ ਹੈ। ਸੋ ਭਾਰਤ ਸਰਕਾਰ ਇੱਕ ਗੱਲ ਸਮਝ ਲਈ ਜਾਏ, ਗਵਰਨਮੈਂਟ ਕਿਸੇ ਪੋਲੀਟੀਕਲ ਪਾਰਟੀ ਦੀ ਹੋਵੇ, ਬੜੀ ਕਲੀਅਰ ਹੈ। ਮੈਂ ਤੇ ਹੈਰਾਨ ਹਾਂ, ਤੁਸੀਂ ਸੁਣ ਕੇ ਹਜ਼ਾਰਾਂ ਹੋਗੇ ਕਿ ਅਟਲ ਬਿਹਾਰੀ ਵਾਜਪਾਈ ਜੀ ਬੜਾ ਨਾ ਉਹ ਬਲੈਕ ਲਿਸਟ ਉਹਨੇ ਬਣਾਈ, ਉਹ ਤੇ ਬੜਾ ਸਿੱਖਾਂ ਜਾ ਕੇ ਸੀ। ਜਦੋਂ ਨਿਊਯਾਰਕ ਗਿਆ ਯੂਐਨ ਉਹਦੇ ਖਿਲਾਫ ਹੀ ਡਿਮਾਂਸਟ੍ਰੇਸ਼ਨ ਹੋ ਗਿਆ ਤੇ ਵਾਜਪਾਈ ਜੀ ਨੇ ਬੁਲਾਇਆ ਸਾਰਿਆਂ ਨੂੰ, ਵੀ ਮੇਰੇ ਖਿਲਾਫ ਕਿਉਂ ਕਰਦੇ ਹੋ, ਮੈਂ ਕੀ ਕੀਤਾ, ਮੈਂ ਤਾਂ ਤੁਹਾਡੇ ਹੱਕ ਦਾ। ਪਰ ਸਾਡੀ ਇੱਕ ਆਦਤ ਬਣੀ ਹੈ ਕਿ ਕੋਈ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਹੈ ਉਹਦੇ ਖਿਲਾਫ ਹੀ ਡਿਮਾਂਸਟ੍ਰੇਸ਼ਨ ਹੋਏ, ਹਾਲਾਂਕਿ ਸਰਦਾਰ ਹੈ, ਇਹਦੇ ਖਿਲਾਫ ਹੀ ਮੁਜ਼ਾਹਰੇ ਹਰ ਜਗ੍ਹਾ ਹੋਏ। ਸੋ ਇਹ ਇੱਕ ਬਾਹਰਲੇ ਚ ਇੱਕ ਸਾਡੀ ਇੱਕ ਰਿਚੁਅਲ ਬਣ ਗਿਆ ਕਿ ਅਸੀਂ ਡਿਮਾਂਸਟ੍ਰੇਸ਼ਨ ਕਰਨਾ ਹੀ ਕਰਨਾ। ਸੋ ਇਹ ਭਾਰਤ ਸਰਕਾਰ ਦੀ ਜਿਹੜੀ ਵਾਰਨਿੰਗ ਹੈ, ਇਹ ਇਸ ਲਈ ਮੈਂ ਕਹਿ ਰਿਹਾ ਕਿ ਮੈਂ ਇਹਦੇ ਚ ਐਜ਼ ਚੇਅਰਮੈਨ ਮਿਨਾਰਟੀ ਕਮਿਸ਼ਨ ਵੀ, ਮੈਂ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦਾ ਵੀ ਮੈਂਬਰ ਰਿਹਾ, ਉੱਥੇ ਮੈਂ ਬਲੈਕ ਲਿਸਟ ਦੀ ਆਵਾਜ਼ ਉਠਾਈ। ਤਾਂ ਉਸ ਤੋਂ ਬਾਅਦ ਗਵਰਨਮੈਂਟ ਇੰਡੀਆ ਨੇ ਹੋਮ ਸੈਕਟਰੀ ਬੁਲਾਇਆ ਤੇ ਵੀ ਸਾਨੂੰ ਲਿਸਟ ਦਿਓ, ਗਵਰਨਮੈਂਟ ਇੰਡੀਆ ਰਿਫਿਊਜ਼ ਕਰਤਾ ਕਿ ਲਿਸਟ ਸੀਕ੍ਰੇਟ ਹੈ, ਅਸੀਂ ਤੁਹਾਨੂੰ ਦੇ ਨਹੀਂ ਸਕਦੇ, ਲੇਕਿਨ ਤੁਹਾਡੇ ਕਹਿਣ ਤੇ ਅਸੀਂ ਇਹਨੂੰ ਪ੍ਰੂਵ ਕਰਦੇ ਨੇ। ਫਿਰ ਉਹਨਾਂ ਪ੍ਰੂਵ ਕਰਕੇ ਸਾਨੂੰ ਕਿਹਾ ਅਸੀਂ ਇੰਨੇ ਲੋਕ ਚੋਂ ਕੱਢਤੇ। ਉਹ ਲਿਸਟ ਜਿਹੜੀ ਹੈ ਮੈਨੂੰ ਭੇਜੀ ਗਈ ਇੱਕ ਵਾਰੀ, ਮੈਂ ਉਹ ਲਿਸਟ ਪੰਜਾਬ ਦੇ ਸਾਰੇ ਜਿਹੜੇ ਹਿਊਮਨ ਰਾਈਟਸ ਨੂੰ ਭੇਜੀ ਵੀ ਹੈ, ਲਿਸਟ ਮੇਰੇ ਕੋਲ ਆਈ ਹੈ, ਇੰਨੇ ਨਾ ਕੱਢਤੇ, ਹੁਣ ਇੰਨੇ % ਰਹਿ ਗਏ। ਇਹਨਾਂ 'ਚ ਇੱਕ ਹੋਰ ਬੜੀ ਵੱਡੀ ਸੁਣੋ, ਸਰਦਾਰ ਦੀਦਾਰ ਸਿੰਘ ਬੈਂਸ ਸਭ ਤੋਂ ਵੱਡਾ ਧਨਾਢ ਹੈ, ਤੁਸੀਂ ਵੀ ਜਾਣਦੇ ਹੋ। ਉਹ ਇੱਕ ਵਾਰੀ ਇਸ ਤਰ੍ਹਾਂ ਹੀ ਆ ਗਿਆ ਤੇ ਉਹਨੂੰ ਹਵਾਈ ਅੱਡੇ ਤੇ ਰੋਕ ਲਿਆ। ਉਹਨੇ ਮੈਨੂੰ ਟੈਲੀਫੋਨ ਕੀਤਾ ਰਾਤ ਨੂੰ ਕਿ ਮੈਨੂੰ ਤਾਂ ਹਵਾਈ ਅੱਡੇ ਤੇ ਰੋਕ ਲਿਆ, ਤੂੰ ਕਹਿੰਦਾ ਸੀ ਵੀ ਸਭ ਠੀਕ ਹੋ ਗਿਆ। ਮੈਂ ਜੀ ਰਾਤ ਨੂੰ ਆਈ ਗਿਵ ਕ੍ਰੈਡਿਟ ਟੂ ਹੋਮ ਸੈਕਟਰੀ ਇੰਡੀਆ, ਮੈਂ ਉਹਨੂੰ ਟੈਲੀਫੋਨ ਕੀਤਾ ਐਜ਼ ਚੇਅਰਮੈਨ ਮਿਨਾਰਟੀ। ਮੈਂ ਕਿਹਾ ਵੀ ਇਹ ਅਸੀਂ, ਤੁਸੀਂ ਕਿਹਾ ਸੀ ਕਿ ਲੀਡਰ ਬਾਹਰੋਂ ਆਉਣ ਤੇ ਇੱਕ ਲੀਡਰ ਬਹੁਤ ਵੱਡਾ ਆ ਰਿਹਾ, ਤੁਸੀਂ ਰੋਕ ਲਿਆ। ਗੁੱਡ ਆਫ ਹੋਮ ਮਿਨਿਸਟਰ ਉਹਨੇ ਰਾਤੋਂ ਰਾਤ ਉਹਨੂੰ ਕਲੀਅਰ ਕਰਕੇ ਅੰਦਰ ਲਿਆਂਦਾ ਦੀਦਾਰ ਸਿੰਘ ਬੈਂਸ। ਇਸ ਤਰ੍ਹਾਂ ਹੀ ਮੈਂ ਤੇ ਗੰਗਾ ਸਿੰਘ ਢਿੱਲੋਂ ਦਾ ਵੀ ਪਾਰਲੀਮੈਂਟ 'ਚ ਵੇਖ ਉਠਾਈ ਕਿ ਮੈਂ ਕਿਹਾ ਉਹ ਮਰਨ ਤੋਂ ਪਹਿਲਾਂ ਮੱਥਾ ਟੇਕਣਾ ਚਾਹੁੰਦਾ ਦਰਬਾਰ ਸਾਹਿਬ, ਉਹ ਕਹਿੰਦਾ ਮੈਂ ਦੇਸ਼ ਧਰੋਹੀ ਨਹੀਂ, ਮੈਂ ਉਹਨੂੰ ਦਿਓ, ਨਹੀਂ ਦਿੱਤਾ। ਇੱਕ ਜਸਵੰਤ ਸਿੰਘ ਠੇਕੇਦਾਰ ਬੜਾ ਵੱਡਾ ਲੀਡਰ ਹੈ, ਉਹਦੇ ਲੜਕੇ ਦਾ ਵਿਆਹ ਬਰਾਤ ਨਾ ਆਉਣ ਦੇਣ, ਨਟਵਰ ਸਿੰਘ ਜੀ ਸਨ, ਹੋਮ ਫਾਰਮ 'ਚ ਮੈਂ ਲੈਟਰ ਪਾਈ, ਉਹਨੂੰ ਅਲਾਉ ਕਰਾਇਆ। ਲੇਕਿਨ ਇੱਕ ਦੋ ਤਿੰਨ ਬੜੇ ਵੱਡੇ ਮੈਂ ਕੰਮ ਇਹ ਕਰਵਾਏ ਕਿ ਜਿੰਨੇ ਸਾਡੇ ਇੱਥੋਂ ਲੋਕ ਗਏ ਹੈ, ਜਿਨ੍ਹਾਂ ਨੇ ਕਿਹਾ ਕਿ ਅਸੀਂ ਇੰਡੀਆ ਸਰਕਾਰ ਦੇ ਵਿਰੁੱਧ ਹਾਂ, ਉਹਨਾਂ ਨੇ ਜਾ ਕੇ ਅਸਾਈਲਮ ਲਿਆ। ਜਿਹਨੇ ਅਸਾਈਲਮ ਲਿਆ ਬਾਹਰ, ਉਹਨੂੰ ਫਾਰ ਐਵਰ ਇੰਡੀਆ ਆਉਣ ਤੇ ਪਾਬੰਦੀ ਹੈ, ਇਹ ਗੱਲ ਸਮਝ ਲਓ। ਉਹਦੇ ਬੱਚਿਆਂ ਤੇ ਵੀ ਪਾਬੰਦੀ ਹੈ, ਉਹਦੇ ਚਿਲਡਰਨ ਵੀ ਨਹੀਂ ਆ ਸਕਦੇ। ਤਾਂ ਮੈਂ ਐਜ਼ ਮੈਂਬਰ ਪਾਰਲੀਮੈਂਟ ਇਹ ਇਸ਼ੂ ਬੁਲਾਇਆ ਕਿ ਉਹਦੇ ਬੱਚਿਆਂ ਦਾ ਕੀ ਕਸੂਰ ਹੈ। ਮਤਲਬ ਜਿਨ੍ਹਾਂ ਨੇ ਰਾਜਸੀ ਪਨਾਹ ਲਈ ਕਿ ਸਾਨੂੰ ਭਾਰਤ ਵਿੱਚ ਖਤਰਾ ਹੈ ਤੇ ਉਹਨਾਂ ਦੇਸ਼ਾਂ ਨੇ ਉਹ ਖਤਰੇ ਨੂੰ ਵਾਜਬ ਮੰਨ ਕੇ ਉੱਥੋਂ ਦੀ ਨਾਗਰਿਕਤਾ ਦੇਤੀ, ਉਹ ਤੇ ਉਹਨਾਂ ਦੇ ਬੱਚਿਆਂ ਨੂੰ ਭਾਰਤ ਸਰਕਾਰ 'ਚ ਜਾਂ ਭਾਰਤ ਵਿੱਚ ਆਉਣ ਦੀ ਮਨਾਹੀ ਸੀ। ਭਾਰਤ ਸਰਕਾਰ ਨੇ ਮਨਾਹੀ ਕੀਤੀ। ਮੈਂ ਇੱਕ ਕੇਸ ਲੜਿਆ, ਮੈਨੂੰ ਇੱਕ ਲੇਡੀ ਦਾ ਟੈਲੀਫੋਨ ਆਇਆ ਕਿ ਮੇਰਾ ਫਾਦਰ ਮਦਰ ਜਿਹੜੇ ਹੈ ਅਸਾਈਲਮ ਲਿਆ ਸੀ ਤੇ ਉਹ ਤੇ ਚੱਲ ਬਸੇ, ਪਰ ਸਾਡੀ ਤਾਂ ਪਾਬੰਦੀ ਹੈ ਕਿ ਅਸੀਂ ਤੇ ਬੱਚੇ ਆ, ਸਾਨੂੰ ਇੰਡੀਆ ਆਉਣ ਦਾ ਵੀਜ਼ਾ ਅਲਾਉਡ ਨਹੀਂ। ਮੈਂ ਉਹ ਕੇਸ ਲੜਿਆ ਵੀ ਬੱਚਿਆਂ ਦਾ ਕੀ ਕਸੂਰ ਹੈ। ਬੜੀ ਵੱਡਾ ਕੇਸ ਚੱਲਿਆ, ਅਖੀਰ ਭਾਰਤ ਸਰਕਾਰ ਨੇ ਆਰਡਰ ਇਸ਼ੂ ਕੀਤਾ। ਸੁਸ਼ਮਾ ਸਵਰਾਜ ਫਾਰਨ ਮਿਨਿਸਟਰ, ਉਹਨੇ ਆਰਡਰ ਇਸ਼ੂ ਕਰਤਾ ਕਿ ਜਿਹੜੇ ਅਸਾਈਲਮ ਲੈ ਚੁੱਕੇ ਨੇ ਉਹਨਾਂ ਦੇ ਬੱਚਿਆਂ ਨੂੰ ਇਸ ਚੋਂ ਐਗਜ਼ੈਂਪਟ ਕੀਤਾ ਜਾਂਦਾ, ਦੇ ਆਰ ਅਲਾਉਡ ਟੂ ਕਮ ਟੂ ਇੰਡੀਆ। ਇਹ ਆਰਡਰ ਮੈਂ ਇਸ਼ੂ ਕਰਵਾਇਆ ਸੁਸ਼ਮਾ ਸਵਰਾਜ ਤੋਂ। ਲੇਕਿਨ ਜੋ ਅੱਜ ਦੀ ਖਬਰ ਹੈ, ਇਸ ਨੂੰ ਮੈਂ ਹੁਣ ਇਹ ਕਹਿਣਾ ਚਾਹੁੰਦਾ ਕਿ ਜਿੰਨੇ ਬਾਰੇ ਸਾਡੇ ਸਿੱਖ ਲੀਡਰਸ਼ਿਪ ਵਿਦੇਸ਼ਾਂ 'ਚ ਹੈ, ਉਹ ਖਬਰ ਨੂੰ ਸਟੱਡੀ ਕਰੇ। ਇਹ ਜ਼ਰੂਰੀ ਹੈ। ਦੇਖੋ ਸੁਖੀ ਵਸਦੇ ਹੋ ਸਾਰੇ, ਸੁਖੀ ਵਸਦਾ ਪੰਜਾਬ, ਪ੍ਰੋਬਲਮ ਹਰ ਜਗ੍ਹਾ ਹੈ, ਹਰ ਜਗ੍ਹਾ ਡਿਮਾਂਡਸ ਹਨ, ਕਿਸੇ ਮੁਲਕ ਦੀ ਨਹੀਂ। ਅੱਜ ਰੋਜ਼ ਪੜ੍ਹਦੇ ਹਾਂ ਅਸੀਂ ਇੰਗਲੈਂਡ 'ਚ ਮੁਜ਼ਾਹਰਾ, ਪਤਾ ਇੰਗਲੈਂਡ 'ਚ ਟਰੱਕ ਡਰਾਈਵਰ ਨੇ ਹੜਤਾਲ ਕਰਤੀ ਤੇ ਪੈਟਰੋਲ ਹੀ ਬੰਦ ਹੋ ਗਿਆ, ਲੋਕਾਂ ਨੂੰ ਪੈਟਰੋਲ ਨਹੀਂ ਮਿਲਿਆ। ਮੁਜ਼ਾਹਰੇ ਹਰ ਜਗ੍ਹਾ ਹੁੰਦੇ ਨੇ, ਫਰਾਂਸ 'ਚ ਹੋ ਰਿਹਾ, ਇਟਲੀ 'ਚ ਹੋ ਰਿਹਾ, ਉਹ ਹਰ ਜਗ੍ਹਾ ਹੋਣ, ਲੇਕਿਨ ਕਿਧਰੇ ਇਹਨਾਂ ਦੀ ਇਹ ਭਿਣਕ ਨਾ ਪਵੇ ਕਿ ਐਂਟੀ ਇੰਡੀਆ। ਦੇਖੋ ਅਸੀਂ, ਮੈਂ ਕਈ ਵਾਰੀ ਕਹਿਣਾ, ਫਿਰ ਕਹਿਣਾ ਚਾਹੁੰਦਾ, ਅਸੀਂ ਪੋਲੀਟੀਕਲ ਪਾਰਟੀਆਂ ਦੇ ਖਿਲਾਫ ਹਾਂ, ਅਸੀਂ ਕੰਟਰੀ ਦੇ ਖਿਲਾਫ ਨਹੀਂ, ਅਸੀਂ ਦੇਸ਼ ਧਰੋਹੀ ਨਹੀਂ, ਅਸੀਂ ਦੇਸ਼ ਬਚਾਉਣ ਵਾਲੇ ਹਾਂ। ਅਸੀਂ ਕਦੇ ਇੰਡੀਆ ਦੇ ਖਿਲਾਫ ਨਹੀਂ ਹਾਂ, ਕਈ ਇੰਡੀਆ ਦੀ ਸਰਕਾਰਾਂ ਦੀ ਪਾਲਿਸੀ ਦੇ ਖਿਲਾਫ ਹਾਂ। ਸੋ ਉਹ ਪਾਲਿਸੀ ਜੇ ਮਨਮੋਹਨ ਸਿੰਘ ਦੀ ਗਲਤ ਹੈ, ਉਹਦੇ ਵੀ ਖਿਲਾਫ ਹਾਂ, ਲੇਕਿਨ ਵਾਜਪਾਈ ਜੀ ਚੰਗੀ ਹੈ, ਉਹਦੇ ਹੱਕ 'ਚ ਆ।
ਸੋ ਇਸ ਕਰਕੇ ਸਮਝ ਲਓ ਕਿ ਅਸੀਂ ਜਿਹੜੇ ਜਦ ਤੱਕ ਇਹ ਐਟੀਟਿਊਡ ਰਹੇਗਾ ਕਿ ਵੀ ਆਰ ਫਾਰ ਇੰਡੀਆ ਬਟ ਵੀ ਆਰ ਅਗੇਂਸਟ ਸਰਟਨ ਪਾਲਿਸੀਜ਼ ਆਫ ਸਰਟਨ ਗਵਰਨਮੈਂਟ ਐਂਡ ਸਰਟਨ ਲੀਡਰ, ਉਹ ਠੀਕ ਹੈ, ਉਸ ਤੱਕ ਰੱਖੋ। ਲੇਕਿਨ ਇਸ ਵਕਤ ਕੋਈ ਐਸੀ ਬਾਹਰਲਿਆਂ ਨੂੰ ਤੁਹਾਡੀ ਰਾਹੀਂ ਮੈਂ ਬੇਨਤੀ ਕਰਨੀ ਚਾਹੁੰਦਾ, ਇਹ ਖਬਰ ਪੜ੍ਹ ਕੇ ਆਪਾਂ ਸਾਰੇ ਦੇਸ਼ਵਾਸੀ ਜਿਹੜੇ ਬਾਹਰ ਵਸਦੇ ਹੋ ਉਹ ਇੰਡੀਅਨ ਹੀ ਦੇਖੋ। ਨਹੀਂ ਸਰਦਾਰ ਸਾਹਿਬ, ਇੱਕ ਹੋਰ ਵੀ ਬੜਾ ਵੱਡਾ ਪਹਿਲੂ ਹੈ ਨਾ ਕਿ ਅਮੂਮਨ ਸੋਸ਼ਲ ਮੀਡੀਆ ਦੀਆਂ ਕੰਪੇਨਸ ਜਿਹੜੀਆਂ ਅੱਜ ਕੱਲ ਫੇਸਬੁੱਕ ਹੈ, ਯੂਟਿਊਬ ਆ, ਹਰ ਚੀਜ਼ ਹੈ, ਉਹਨਾਂ ਦੇ ਉੱਤੇ ਪਤਾ ਨਹੀਂ ਲੱਗਦਾ ਕਿ ਕਿਹੜਾ ਪੇਜ ਕੌਣ ਚਲਾ ਰਿਹਾ, ਕੌਣ ਕਿਸ ਤਰ੍ਹਾਂ ਦੀ ਕੰਪੇਨ ਕਰ ਰਿਹਾ। ਕਿਸੇ ਵੇਲੇ ਜਜ਼ਬਾਤੀ ਹੋ ਕੇ ਲੋਕ ਉਸ ਤਰ੍ਹਾਂ ਦੀਆਂ ਲਹਿਰਾਂ 'ਚ ਸ਼ਾਮਲ ਹੋ ਜਾਂਦੇ ਆ, ਉੱਤੇ ਕਮੈਂਟ ਕਰਨ ਲੱਗ ਪੈਂਦੇ ਆ, ਉਹਦੇ ਉੱਤੇ ਟਿੱਪਣੀਆਂ ਦੇਣ ਲੱਗ ਪੈਂਦੇ ਆ। ਪਤਾ ਨਹੀਂ ਹੁੰਦਾ ਕਿ ਇਹਨੂੰ ਕੌਣ ਚਲਾ ਰਿਹਾ, ਇਹ ਕੌਣ ਟਰੇਸ ਕਰੀ ਜਾਂਦਾ ਤੁਹਾਨੂੰ ਕਿ ਤੁਹਾਡੀ ਸੋਚ ਕਿਹੋ ਜੀ ਆ। ਇਹ ਬਹੁਤ ਸੈਂਸਿਟਿਵ ਸੰਜੀਦਾ ਇਸ਼ੂ ਨੇ। ਜੇਕਰ ਤੁਸੀਂ ਚੰਗੀ ਰੋਟੀ ਪਾਣੀ ਵਿਦੇਸ਼ਾਂ 'ਚ ਖਾ ਰਹੇ ਹੋ, ਤੁਸੀਂ ਇਸ ਦੇਸ਼ ਔਰ ਉਸ ਦੇਸ਼ ਦੋਨਾਂ ਦੇ ਵਿੱਚ ਸਾਂਝੇ ਪੁਲ ਵਾਂਗ ਵਿਚਰਦੇ ਪਏ ਹੋ, ਤੁਹਾਡੀਆਂ ਜ਼ਮੀਨ ਜਾਇਦਾਦਾਂ, ਬੱਚੇ, ਤੁਹਾਡੀਆਂ ਸਾਰੀਆਂ ਰਸਮਾਂ ਕਸਮਾਂ ਇੱਥੇ ਨੇ ਉੱਥੇ ਨੇ, ਤਾਂ ਫਿਰ ਤੁਹਾਡੇ ਕੋਲ ਕਿਸੇ ਵੀ ਐਵੇਂ ਸ਼ੌਂਕ ਦੇ ਵਿੱਚ ਕੀਤੀ ਐਕਟੀਵਿਟੀ ਦਾ ਮੁੱਲ ਤਾਰਨ ਦਾ ਵੇਲਾ ਹੈ। ਅਸੀਂ ਨਹੀਂ ਕਹਿੰਦੇ, ਕਿਸੇ ਨੂੰ ਡਰਾ ਨਹੀਂ ਰਹੇ, ਲੇਕਿਨ ਜਿਹੜੀ ਇਹ ਖਬਰ ਆ, ਇਹ ਕਿਸੇ ਦਿਨ ਵੀ ਤੁਹਾਨੂੰ ਚਾਅ ਨਾਲ ਆਉਂਦਿਆਂ ਰਾਹ ਦੇ ਵਿੱਚ ਸਾਰੇ ਪਰਿਵਾਰ ਦੀ ਖੱਜਲ ਖਰਾਬੀ ਦਾ ਸਬੱਬ ਬਣ ਸਕਦੀ ਆ। ਔਰ ਮੈਨੂੰ ਪਤਾ ਹੈ ਕਿ ਬਹੁ ਗਿਣਤੀ ਵਿਦੇਸ਼ਾਂ 'ਚ ਵਸੇ ਜਿਹੜੇ ਆ ਉਹ ਰੋਜ਼ੀ ਰੋਟੀ ਤੱਕ ਸੀਮਤ ਹੈ, ਉਹ ਆਪਣੀ ਕੰਮਕਾਜ ਕਰਦੇ ਆ, ਲੇਕਿਨ ਰਾਤਾਂ ਨੂੰ ਸ਼ਾਮਾਂ ਨੂੰ ਜਦੋਂ ਬੈਠਦੇ ਆ ਤਾਂ ਉਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੇ ਕਿਤੇ ਨਾ ਕਿਤੇ ਟਿੱਪਣੀ ਕਰਨ ਲੱਗ ਪੈਂਦੇ ਆ। ਬੋਲਣ ਦੀ ਆਜ਼ਾਦੀ ਹਰੇਕ ਨੂੰ ਆ, ਲੇਕਿਨ ਕੋਈ ਟਿੱਪਣੀ ਤੁਹਾਡੇ ਗਲ ਦਾ ਫੰਦਾ ਬਣ ਸਕਦੀ ਹੈ ਕਿ ਉਹ ਤੁਹਾਡੇ ਰਿਸ਼ਤੇ ਇੰਡੀਆ ਜਾਂ ਬਾਹਰ ਲਈ ਤੋੜ ਸਕਦੀ ਹੈ। ਇਹ ਬਹੁਤ ਅਹਿਮ ਇਸ਼ੂ ਆ ਸਰਦਾਰ ਸਾਹਿਬ, ਜਿਹੜੀ ਗੱਲ ਕਹਿ ਰਹੇ ਆ ਇਹਦੇ ਬੜੇ ਵੱਡੇ ਅਰਥ ਆ। ਤੁਸੀਂ ਗਾਲਾਂ ਵੀ ਕੱਢੋਗੇ, ਤੁਸੀਂ ਇਹ ਵੀ ਕਹੋਗੇ ਇਹ ਡਰੂ ਨੇ, ਡਰਾਕੜ ਨੇ, ਪਰ ਕੁੱਲ ਮਿਲਾ ਕੇ ਦੁਨੀਆ ਭਰ ਦੇ ਵਿੱਚ ਫੈਲੇ ਹੋਏ ਪੰਜਾਬੀ ਢਿੱਡ ਦੀ ਖਾਤਰ ਗਏ ਆ। ਉਹਨਾਂ ਨੇ ਇਸ ਖਿੱਤੇ ਨੂੰ ਆਬਾਦ ਕੀਤਾ, ਇਹਨੂੰ ਤਗੜਾ ਕੀਤਾ ਹੈ। ਸਾਡੀ ਡਿਊਟੀ ਬਣਦੀ ਅਸੀਂ ਹੋਕਾ ਦੇਈ ਚੱਲੀਏ। ਨਾ ਅਸੀਂ ਪ੍ਰੋ ਗਵਰਨਮੈਂਟ ਆ, ਨਾ ਅਸੀਂ ਪ੍ਰੋ ਕਿਸੇ ਤਰ੍ਹਾਂ ਦੀ ਐਕਟੀਵਿਟੀ ਦੇ ਆ, ਨੈਗੇਟਿਵ ਪੋਜ਼ਿਟਿਵ। ਸਾਡੀ ਡਿਊਟੀ ਹੈ ਇਹਨਾਂ ਮੰਚਾਂ ਤੋਂ ਆਪਣੀ ਗੱਲ ਉਹਨਾਂ ਲੋਕਾਂ ਤੋਂ, ਸਰਦਾਰ ਸਾਹਿਬ ਵਰਗੇ ਲੋਕਾਂ ਤੋਂ ਅਖਵਾਉਂਦੇ ਰਹਿਣਾ ਜਿਨ੍ਹਾਂ ਨੂੰ ਸਾਡੇ ਨਾਲੋਂ ਵੱਧ ਸਮਝ ਆ। ਕਿਸੇ ਵੇਲੇ ਅਸੀਂ ਦੂਜੇ ਨੂੰ ਰਿਜੈਕਟ ਕਰ ਦਿੰਦੇ ਆ, ਨਿੰਦ ਦਿੰਦੇ ਆ ਕਿ ਨਹੀਂ ਯਾਰ ਇਹ ਤਾਂ ਗਦਾਰ ਹੈ, ਇਹਨੇ ਇਹ ਕੀਤਾ, ਇਹਨੇ ਫਲਾਣੇ ਵੇਲੇ ਇਹ ਕੀਤਾ। ਅਸੀਂ ਇਹ ਨਹੀਂ ਸਮਝਦੇ ਕਿ ਅਸੀਂ ਇਹਨਾਂ ਅਨੁਭਵਾਂ ਤੋਂ ਸਿੱਖ ਵੀ ਸਕਦੇ ਹਾਂ। ਸਾਡੀ ਸੀਮਾ ਹੋ ਸਕਦੀ ਆ, ਅਸੀਂ ਸੀਮਤ ਹੋ ਸਕਦੇ ਹਾਂ, ਲੇਕਿਨ ਵੱਖ-ਵੱਖ ਖੇਤਰਾਂ ਦੇ ਮਾਹਿਰ ਸਾਨੂੰ ਜ਼ਿਆਦਾ ਅੱਛਾ ਸੇਧ ਦੇ ਸਕਦੇ ਆ। ਸੋ ਸਰਦਾਰ ਸਾਹਿਬ, ਮੈਨੂੰ ਜਾਂਦੇ ਜਾਂਦੇ ਇਹਦੇ ਉੱਤੇ ਟਿੱਪਣੀ ਦਿਓ ਕਿ ਹੁਣ ਸਾਡੇ NRIs, ਇਹ ਸਾਡੇ ਵਿਦੇਸ਼ ਵਸਦੇ ਲੀਡਰ ਜਿਹੜੇ ਆ, ਕਮਿਊਨਿਟੀ ਦੇ ਲੀਡਰ, ਕੈਨੇਡਾ 'ਚ ਕਿੰਨੇ MP ਬਣਾ ਲਏ, ਅਮਰੀਕਾ ਦੇ ਵਿੱਚ ਵੀ ਕਾਫੀ ਲੋਕ ਜਿਹੜੇ ਆ ਉਹ ਅੱਗੇ ਵਧੇ ਹੋਏ ਆ। ਸੋ ਉਹ ਉੱਥੋਂ ਦੀ ਜਿਹੜੀ ਆਬਾਦੀ ਹੈ ਸਾਡੀ, ਸਾਡੇ ਲੋਕ ਆ ਜਿਹੜੇ NRIs, ਉਹਨਾਂ ਨੂੰ ਕਿਵੇਂ ਸਮਝਾਉਣ, ਗੁਰੂ ਘਰਾਂ ਦੇ ਵਿੱਚ ਕਿਵੇਂ ਇਸ ਤਰ੍ਹਾਂ ਦੀ ਅਵੇਅਰਨੈਸ ਚੱਲੇ ਤਾਂ ਕਿ ਅਸੀਂ ਜਾਣੇ ਅਣਜਾਣੇ 'ਚ, ਜੇ ਕੋਈ ਜਾਣਬੁੱਝ ਕੇ ਕਰ ਰਿਹਾ ਤੇ ਉਹਦੀ ਮਰਜ਼ੀ, ਉਹ ਭੁਗਤੇ। ਲੇਕਿਨ ਜਿਹੜੇ ਲੋਕ ਇਹਨਾਂ ਚੀਜ਼ਾਂ 'ਚ ਸ਼ਾਮਲ ਨਹੀਂ, ਲੇਕਿਨ ਜਾਣੇ ਅਣਜਾਣੇ ਸ਼ਾਮਲ ਹੋ ਗਏ, ਉਹ ਜੇ ਫਸ ਜਾਣ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ, ਇਹ ਵੀ ਦੱਸ ਦਿਓ। ਰੰਧਾਵਾ ਜੀ, ਤੁਸੀਂ ਮੇਰੇ ਨਾਲੋਂ ਬੜੇ ਸਿਆਣੇ ਹੋ। ਮੈਂ ਦੱਸੋ, ਅਸੀਂ ਇੰਡੀਆ 'ਚ 2 ਕਰੋੜ ਸਿੱਖ ਰਹਿੰਦੇ ਆ, 30 ਲੱਖ ਬਾਹਰ ਰਹਿੰਦੇ ਨੇ। ਉਹਨਾਂ 30 ਲੱਖ ਚੋਂ ਕੁਝ ਹਜ਼ਾਰ ਸਮਝ ਲਓ ਪਿੱਛੇ ਜੇ ਨਾਰਾ ਲਾਤਾ ਕਿ ਰੈਫਰੈਂਡਮ, ਇੰਡੀਆ ਦੇ ਸਿੱਖਾਂ 'ਚ ਰੈਫਰੈਂਡਮ ਹੋਵੇ ਕਿ ਇੰਡੀਆ 'ਚ ਰਹਿਣਾ ਚਾਹੁੰਦੇ ਨੇ ਕਿ ਨਹੀਂ। ਉਹ ਤੁੱਛੋ ਪੜਵੋ, ਇਹ ਫੈਸਲਾ ਸਾਡਾ ਕਿ ਤੁਹਾਡਾ। ਤੁਸੀਂ ਤੇ ਦੇਸ਼ ਛੱਡ ਕੇ ਚਲੇ ਗਏ ਤੇ ਉੱਥੇ ਬੈਠੇ ਤੁਸੀਂ ਨਾਰੇ ਲਾਉਣ ਲੱਗੇ। ਉਹਨਾਂ ਲੋਕਾਂ ਨੂੰ ਭਾਰਤ ਸਰਕਾਰ ਨੂੰ ਬੈਨ ਕਰਨਾ ਪਿਆ। ਉਹ ਇੱਕ ਸੰਸਥਾ ਬੈਨ ਹੋਈ ਜਿਹੜੀ ਇਹ ਨਾਰੇ ਲਾਉਂਦੀ ਸੀ। ਲੇਕਿਨ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਇੱਕੋ ਬੇਨਤੀ ਕਰਦਾ ਕਿ ਜਿਹੜੇ ਖੁਸ਼ੀ ਵਸ ਰਹੇ ਹੋ, ਜਿਹੜਾ ਡਿਸਟਰਪਸਿਸਟ ਹੈ, ਦੇਖੋ ਇੰਡੀਆ ਦੇ ਲੋਕਾਂ ਸਿੱਖਾਂ ਨਾਲ ਸਿੰਪਥੀ, ਲੰਗਰ ਲੱਗੇ, ਤੁਸੀਂ ਲੱਖਾਂ ਡਾਲਰ ਭੇਜੇ, ਵੈਲਕਮ। ਭਾਰਤ ਸਰਕਾਰ ਨੇ ਵੀ ਵੈਲਕਮ ਕੀਤਾ, ਮੋਦੀ ਜੀ, ਅਮਿਤ ਸ਼ਾਹ ਜੀ ਨੇ ਵੀ ਕਿਹਾ ਕਿ ਜਿਨ੍ਹਾਂ ਨੇ ਲੋਕਾਂ ਨੇ ਇੰਡੀਆ ਦੀ ਇਹ ਮਦਦ ਕੀਤੀ ਉਹਨਾਂ ਤਾਰੀਫ ਕੀਤੀ। ਦੇਖੋ ਇਸ ਕਰਕੇ ਐਂਟੀ ਇੰਡੀਆ ਕੰਪੇਨ ਸ਼ਾਮਲ ਨਾ ਹੋ। ਸਿੱਖੀ ਲਈ ਜੋ ਕੰਪੇਨ ਹੈ, ਸਿੱਖ ਧਰਮ ਲਈ ਹੈ, ਉਹਦੇ ਡਟ ਕੇ ਚੱਲੋ। ਇੰਡੀਆ ਦੇ ਸਿੱਖ ਇੰਨੇ ਮੈਂ ਸਰਦਾਰ ਸਾਹਿਬ ਤੁਹਾਡੀ ਗੱਲ ਦੇ ਵਿੱਚ ਇੱਕ ਗੱਲ ਸ਼ਾਮਲ ਕਰਦਾ। ਸੁਨੇਹਾ ਇੰਜ ਜਾ ਰਿਹਾ ਕਿ ਕਿਸਾਨੀ ਅੰਦੋਲਨ ਦੇ ਖਿਲਾਫ ਗੱਲ ਹੋ ਰਹੀ, ਲੇਕਿਨ ਐਸਾ ਨਹੀਂ ਹੈ। ਅਸੀਂ 100% ਕਿਸਾਨੀ ਅੰਦੋਲਨ ਦੇ ਨਾਲ ਆ, ਸਪੋਰਟ ਕਰਦੇ ਆ, ਲੇਕਿਨ ਗਵਰਨਮੈਂਟ ਨੂੰ ਵੀ ਇਹ ਚਾਹੀਦਾ, ਸਾਡੀ ਲੀਡਰਸ਼ਿਪ ਨੂੰ ਇਹ ਆਵਾਜ਼ ਉਠਾਉਣੀ ਚਾਹੀਦੀ ਆ ਕਿ ਲੋਕਤੰਤਰੀ ਪ੍ਰਕਿਰਿਆ ਤਹਿਤ ਜੇ ਕੋਈ ਅੰਦੋਲਨ ਕਰ ਰਿਹਾ, ਉਹਦੇ ਲਈ ਭੇਜੇ ਗਏ ਪੈਸਿਆਂ ਨੂੰ ਉਸੇ ਖਾਤੇ 'ਚ ਹੀ ਰੱਖੋ ਜਿਵੇਂ ਕਿਸੇ ਵੀ ਮੂਵਮੈਂਟ ਦੇ ਵਿੱਚ ਕੋਈ ਦੂਜਾ ਆਪਣਾ ਘਰ ਦਾ ਜੀ ਬਾਹਰ ਬੈਠਾ ਮਦਦ ਕਰਦੇ। ਸਰਦਾਰ ਸਾਹਿਬ, ਸਾਡੀ ਲੀਡਰਸ਼ਿਪ ਨੂੰ ਤੇ ਤੁਹਾਡੇ ਵਰਗੇ ਵਧੀਆ ਇਨਸਾਨਾਂ ਨੂੰ ਇਹ
ਮਸਲਾ ਉਠਾਉਣਾ ਚਾਹੀਦਾ ਕਿ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੀਆਂ ਸੰਸਥਾਵਾਂ ਨੇ, ਸੰਸਥਾਵਾਂ ਨੂੰ ਕੁਝ ਸਪੋਰਟ ਕੀਤਾ, ਘੱਟੋ ਘੱਟ ਉਹਨਾਂ ਨੂੰ ਨਿਸ਼ਾਨੇ ਤੇ ਨਾ ਲਿਆ ਜਾਵੇ। ਜਿਹੜੇ ਦੇਸ਼ ਦੇ ਵਿਰੁੱਧ ਕੁਝ ਕਰ ਰਹੇ ਆ ਉਹਨਾਂ ਨੂੰ ਤੁਸੀਂ ਜੀ ਸਦਕੇ ਜਿਵੇਂ ਨਜਿੱਠਣਾ ਨਜਿੱਠੋ, ਜਿਨ੍ਹਾਂ ਨੇ ਫੈਸਲੇ ਕਰ ਲਏ ਇੱਕ ਦੂਜੇ ਦੇ ਖਿਲਾਫ ਉਹ ਕਰੀ ਜਾਣ, ਲੇਕਿਨ ਜਿਹੜੇ ਲੋਕ ਜਾਣੇ ਅਣਜਾਣੇ ਚ ਆਪਣੀ ਸੀਨੇ ਦੇ ਟੁਕੜੇ, ਜਿਹੜੇ ਉਹਨਾਂ ਦੇ ਕਾਲਜੇ ਦੇ ਟੁਕੜੇ ਆ, ਕਿਉਂਕਿ ਹਰ ਕੋਈ ਪੈਲੀਆਂ ਤੇ ਪਲਿਆ, ਖੇਤਾਂ ਤੇ ਪਲਿਆ, ਫਸਲਾਂ ਤੇ ਪਲਿਆ, ਕਿਸਾਨੀ ਤੇ ਪਲਿਆ, ਪੰਜਾਬ 'ਚ ਵਸਿਆ, ਪੰਜਾਬ 'ਚ ਪਲਿਆ। ਸੋ ਮੈਂ ਚਾਹੁੰਦਾ ਹੈ ਕਿ ਇਹਨਾਂ ਮਾਮਲਿਆਂ ਨੂੰ ਨਜਿੱਠ ਲਿਆ ਜਾਵੇ। ਕਿਸਾਨੀ ਮਾਮਲੇ ਜਿਹੜੇ ਜੇ ਇਹਨਾਂ ਨੂੰ ਤੁਸੀਂ ਜਿਹੜਾ ਕਟਹਿਰੇ 'ਚ ਆਉਣੋਂ ਰੋਕੋ। ਦੇਖੋ, ਪਹਿਲੀ ਗੱਲ ਰੰਧਾਵਾ ਜੀ, ਮੈਂ ਪਹਿਲਾਂ ਵੀ ਤੁਹਾਨੂੰ 2 ਵਾਰੀ ਕਿਹਾ ਕਿ ਕਿਸਾਨ ਮੂਵਮੈਂਟ ਸਿੱਖ ਮੂਵਮੈਂਟ ਨਹੀਂ ਹੋਣੀ ਚਾਹੀਦੀ, ਨਾ ਇਹਦਾ ਨਾਂ ਸਿੱਖ ਮੂਵਮੈਂਟ ਕਰਨਾ ਚਾਹੀਦਾ। ਇਹ ਨੁਕਸਾਨ ਦੇਸ਼ ਨੂੰ ਵੀ ਹੈ, ਇਹ ਨੁਕਸਾਨ ਸਿੱਖਾਂ ਨੂੰ ਵੀ। ਇਹ ਇੱਕ ਇਕਨੋਮਿਕ ਮੂਵਮੈਂਟ ਹੈ, ਇਹਨੂੰ ਇਕਨੋਮਿਕ ਮੂਵਮੈਂਟ ਰਹਿਣ ਦਿਓ। ਸਾਡੇ ਲੇਕਿਨ ਜਿਹੜੇ ਸਿੱਖਾਂ ਨੇ ਇਹਨੂੰ ਗੁਰਦੁਆਰਿਆਂ 'ਚ ਜਲਸੇ ਕਰ, ਗੁਰਦੁਆਰਿਆਂ ਤੋਂ ਜਾ ਕੇ ਮਾਰਚ ਪਾਸ, ਤੋਂ ਇਹ ਜਿਹੜਾ ਅਕਸ ਹੈ ਇਹਨਾਂ ਦਾ ਗਲਤ ਨਾ ਕਰੋ। ਇਹ ਦੇਸ਼ ਵਾਲੀ ਮੂਵਮੈਂਟ ਹੈ, ਦੇਸ਼ 'ਚ ਰਹਿਣ ਦੇ ਵੀ ਇਕਨੋਮਿਕ ਮੂਵਮੈਂਟ ਹੈ ਔਰ ਪੀਸਫੁਲ ਮੂਵਮੈਂਟ ਹੈ। ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ, ਕਿਸਾਨ ਲੀਡਰਾਂ ਨੂੰ, ਉਹ ਵੀ ਜਿਹੜੇ ਵਿਦੇਸ਼ਾਂ 'ਚ ਲੋਕ ਇਸ ਤਰ੍ਹਾਂ ਦਾ ਆਪਣੀ ਕੋਈ ਲੀਡਰਸ਼ਿਪ ਚੁਕਾਉਣ, ਕੁਝ ਕਰਨ, ਉਹ ਵੀ ਉਹਨਾਂ ਨੂੰ ਬੇਨਤੀ ਕਰਨ ਕਿ ਭਰਾਵੋ ਅਸੀਂ ਇੱਥੇ ਸਟਰੋਂਗ ਇਨਫ ਹਾਂ, ਸਾਡੇ ਕੋਲ ਤਾਕਤ ਹੈ। ਦੇਖੋ, ਕੋਈ ਮਾਇਆ ਦੀ, ਲੰਗਰ ਦੀ ਕਿਸਾਨਾਂ ਨੂੰ ਕਮੀ ਨਹੀਂ ਰਹੀ ਇੱਕ ਵਾਰੀ ਕਿਧਰੇ। ਸੋ ਇਹ ਵਿਦੇਸ਼ਾਂ ਦੇ ਕੋਈ ਲਿਆਉਣ ਦੀ ਲੋੜ ਨਹੀਂ। ਮੈਂ ਤੇ ਹੈਰਾਨ ਹਾਂ, ਧਾਰੀਵਾਲ ਸਾਹਿਬ ਬੜੇ ਸਿਆਣੇ ਆਦਮੀ ਹੈ, ਇਹਨਾਂ ਨੂੰ ਅਲਾਉਡ ਹੁੰਦਾ, ਜਦੋਂ ਬੰਦਾ ਰੁਕਦਾ ਨਾ ਉਹਨੂੰ 24 ਘੰਟੇ ਹਵਾਈ ਅੱਡੇ ਤੇ ਰਹਿਣ ਦਾ ਅਲਾਉਡ ਹੈ। ਇਹ ਰੁਕ ਕੇ ਟੈਲੀਫੋਨ ਕਰਦੇ। ਇੱਥੇ ਸਾਰੇ ਐਮਪੀਆਂ ਨੂੰ, ਕੋਈ 2 ਐਮਪੀ ਜਾਂਦੇ, ਉਹਦੀ ਰਿਸਪਾਂਸਿਬਿਲਿਟੀ ਦੇ ਕੇ ਉਹਨੂੰ ਨਿਕਾਲ ਦਿੰਦੇ। ਮੈਂ ਬੜੇ ਐਸੇ ਕੇਸ ਕੀਤੇ ਕਿ ਰਾਤ ਨੂੰ ਮੈਨੂੰ ਕੋਈ ਟੈਲੀਫੋਨ ਕਰਦਾ ਹੈ ਤੇ ਮੈਂ ਉਸ ਵੇਲੇ ਉਹਨੂੰ ਕਹਿਣਾ ਰੁਕ ਜਾਓ। ਤੇ ਇੱਕ ਵਾਰੀ ਜਿਹੜਾ ਇਹ ਸੰਗਤ ਟੀਵੀ ਹੈ ਨਾ, ਇਹਦਾ ਇੱਕ ਜਿਹੜਾ ਮਾਲਕ ਹੈ ਰਣਧੀਰ ਸਿੰਘ ਸਿੱਧੂ, ਸੰਗਤ ਟੀਵੀ ਦਾ, ਉਹਨੂੰ ਰੋਕ ਲਿਆ। ਉਹ ਇਸ ਕਰਕੇ ਉਹ ਦਾੜੀ ਖੁੱਲੀ ਆਪਣਾ, ਉਹ ਉੱਥੇ ਕਿਧਰੇ ਗੁਰਦੁਆਰਿਆਂ ਜਾਣ। ਉਹ ਫਿਰ ਮੈਂ ਉਹਦੀ ਜ਼ਮਾਨਤ ਦਿੱਤੀ ਆਪ। ਮੈਂ ਜਿਹੜਾ ਆਈਬੀ ਡਾਇਰੈਕਟਰ ਹੈ ਮੇਰਾ ਵਾਕਫ, ਮੈਂ ਉਹਨੂੰ ਕਿਹਾ ਤੂੰ ਦੱਸ ਵੀ ਤੁਸੀਂ ਲੰਡਨ ਰਹੇ ਹੋ ਪਹਿਲਾਂ, ਵੀ ਕੀ ਹੈ? ਉਹ ਕਹਿੰਦਾ ਠੀਕ ਹੈ। ਉਹਨੂੰ ਮੈਂ ਕਿਹਾ ਤੂੰ ਰੁਕ ਜਾ। ਉਹ ਫਿਰ ਸਵੇਰੇ ਮੈਂ ਕਢਾ ਕੇ ਲਿਆਂਦਾ। ਸੋ ਇਹਨੂੰ ਹੀ ਸ਼ੁੱਡ ਹੈਵ ਵੇਟਡ। ਔਰ ਟੈਲੀਫੋਨ ਚਾਹੇ ਬਾਦਲ ਸਾਹਿਬ ਨੂੰ ਕਰਦਾ, ਅਕਾਲੀ ਐਮਪੀਆਂ ਨੂੰ ਕਰਦਾ, ਵੀ ਰੋਕੋ, ਭਾਰਤ ਸਰਕਾਰ ਨੂੰ ਜਾਂਦੇ ਬਈ ਇਹ ਬੰਦਾ ਕੌਣ ਹੈ, ਇਹਦਾ ਕੰਮ ਠੀਕ ਹੋ ਜਾਣਾ ਸੀ। ਲੇਕਿਨ ਉਹਦੇ ਨਾਲ ਕੀ ਹੋਇਆ, ਇਹ ਤਲਖੀ ਹੋਰ ਵਧੀ ਵੀ ਕਿ ਉਹਨੇ ਜਾ ਕੇ ਬੇਦੇਤਾ ਜੀ ਮੈਨੂੰ ਕਿਉਂ ਕੱਢਿਆ। ਇੱਥੇ ਤੇ ਐਸੀ ਖਬਰਾਂ ਲੱਗ ਗਈਆਂ ਕਿ ਜੀ ਉਹ ਲੰਗਰ ਨੂੰ ਪੈਸੇ ਭੇਜਦਾ। ਉਹ ਸਾਡੀ ਪਬਲਿਸਿਟੀ ਵੀ ਗਲਤ ਹੋ ਗਈ ਨਾ, ਉਹ ਉਸ ਨਾਲ ਨੁਕਸਾਨ ਹੋਇਆ। ਸੋ ਮੈਂ ਅੱਜ ਤੁਹਾਡੇ ਨਾਲ ਇੱਕੋ ਹੀ ਬੇਨਤੀ ਕਰਦਾ ਕਿ ਬਾਹਰਲੇ ਸਿੱਖਾਂ ਨੂੰ ਮੈਂ ਇਹ ਨਹੀਂ ਕਹਿੰਦਾ ਕਿ ਡਰੋ ਨਾ, ਮੈਂ ਕਹਿੰਦਾ ਬਈ ਕੋਈ, ਲੇਕਿਨ ਆਪਣੀ ਸਮਝ ਮੁਤਾਬਕ ਐਸੇ ਐਕਸ਼ਨ ਨਾ ਲਵੋ ਜਿਹਦੇ ਨਾਲ ਕਿ ਇੰਡੀਆ ਐਜ਼ ਇੰਡੀਆ, ਦੇਖੋ ਸਰਕਾਰ ਔਰ ਇੰਡੀਆ 'ਚ ਬੜਾ ਫਰਕ ਹੈ, ਮੈਂ ਬੜਾ ਕਲੀਅਰ ਹਾਂ। ਅਸੀਂ ਇੰਡੀਆ ਨਾਲ, ਇੰਡੀਆ ਦੀ ਯਕਜਹਿਤੀ ਲਈ, ਇੰਡੀਆ ਦੀ ਯੂਨਿਟੀ ਲਈ ਕਦੇ ਕਿਧਰੇ ਡੈਮੇਜ ਹੁੰਦਾ ਹੋਵੇ, ਸਿੱਖ ਉਹਦੇ ਨਾਲ ਖੜੇ ਔਰ ਜਿਹੜਾ ਇਹ ਕਰਦਾ ਨੈਗੇਟਿਵ ਉਹਨੂੰ ਰੋਕੇ। ਇਹ ਬਾਹਰਲਿਆਂ ਦੀ ਵੀ ਡਿਊਟੀ ਹੈ, ਇਹ ਲੀਡਰਸ਼ਿਪ ਦੀ। ਅੱਗੇ ਕੈਨੇਡਾ 'ਚ ਸਰਕਾਰ ਦੇ ਕਈ ਝਗੜੇ ਹੋਏ, ਉਹਨਾਂ ਨੇ ਰੋਕੇ, ਬੜੇ ਅੱਛੇ ਹੋਏ। ਸੋ ਬਾਹਰਲਿਆਂ ਨੂੰ ਵੀ ਬੇਨਤੀ ਹੈ ਭਰਾਵੋ ਕਿ ਤੁਹਾਡੀ ਸੁੱਖ ਲਈ ਅਸੀਂ ਬੋਲ ਰਹੇ ਹਾਂ, ਕੋਈ ਅਸੀਂ ਨਹੀਂ ਕਿ ਤੁਸੀਂ ਸਾਡੇ ਭਰਾ ਹੋ, ਲੇਕਿਨ ਅੱਜ ਦੀ ਜਿਹੜੀ ਖਬਰ ਹੈ ਇਹ ਤੁਹਾਨੂੰ ਦੇਣ ਤੱਕ, ਪਹੁੰਚਾਉਣ ਤੱਕ ਸਾਡੀ ਡਿਊਟੀ ਸੀ। ਬਹੁਤ ਮਿਹਰਬਾਨੀ ਸਰਦਾਰ ਸਾਹਿਬ, ਤੁਸੀਂ ਵਿਸਥਾਰ 'ਚ ਦੱਸਿਆ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।